ਸ਼੍ਰੀ ਅਕਾਲ ਜੀ, ਮੈਂ ਹਰਪਿੰਦਰ ਜਤਵਿੰਦਰ ਗਰੇਵਾਲ ਦੇ ਨਾਲ ਖੜੇ ਹਾਂ ਜੀ। ਅੱਜ ਟਰੱਕ ਯੂਨੀਅਨ ਪਟਿਆਲਾ ਦੇ ਵਿੱਚ ਪ੍ਰੋਗਰਾਮ ਨੂੰ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅਗਰ ਤੁਹਾਨੂੰ ਵੀਡੀਓ ਸਾਡੀਆਂ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਅੱਜ ਆਏ ਹਾਂ ਜੀ ਟਰੱਕ ਯੂਨੀਅਨ ਪਟਿਆਲਾ ਦੇ ਵਿੱਚ। ਮੁੱਖ ਜਿਹੜਾ ਇੱਥੇ ਅੱਜ ਆਉਣ ਦਾ ਕਾਰਨ ਹੈ ਉਹ ਕਿੱਤਾ ਜਿਹੜਾ ਟੌਪ ਤੋਂ ਬਾਟਮ ਜਿਹੜਾ ਸਾਡੇ ਨਾਲ ਜੁੜਿਆ ਹੋਇਆ। ਇਹ ਕਿਸ ਤਰੀਕੇ ਨਾਲ ਜਿਹੜਾ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੇ ਵਿੱਚ ਸਮਾਨ ਜਾਂਦਾ ਆ, ਕਿਵੇਂ ਜਿਹੜਾ ਇੰਡਸਟਰੀ ਚੋਂ ਨਿਕਲ ਕੇ ਇਹਨਾਂ ਟਰੱਕਾਂ ਤੱਕ ਪਹੁੰਚਦਾ ਤੇ ਟਰੱਕਾਂ ਤੋਂ ਸਾਡੇ ਘਰ ਤੱਕ ਪਹੁੰਚਦਾ। ठीक है, 9:30 ਵਜੇ ਪੁਕਾਰ ਹੁੰਦੀ ਹੈ, ਫਿਰ 10 ਵਜੇ, ਫਿਰ 11 ਔਰ 12, ਉਸ ਤੋਂ ਬਾਅਦ 3, 4, 5 ਸਾਡੇ ਟਾਈਮ ਬਣੇ ਹੋਏ ਨੇ ਪੁਕਾਰਾਂ। ਇਹ ਇੱਕ ਘੰਟੀ ਵੱਜੀ ਹੈ ਤੇ ਕੀ ਇਹਦਾ ਮਹੱਤਵ ਹੈ ਉਹ ਦੇਖ ਰਹੇ ਹਾਂ। ਇਸ ਹਾਲ ਦੇ ਵਿੱਚ ਇਹ ਬੈਂਚ ਲੱਗੇ ਹੋਏ ਨੇ ਔਰ ਜੋ ਮੈਨੇਜਰ ਸਾਹਿਬ ਨੇ ਉਹ ਜਾ ਕੇ ਇੱਕ ਸਾਹਮਣੇ ਸਟੇਜ ਆ ਉਹਦੇ ਤੇ ਖੜੇ ਹੋ ਗਏ ਨੇ ਔਰ ਜਿਹੜੇ ਡਰਾਈਵਰ ਭਰਾ ਨੇ ਜਾਂ ਮਾਲਕ ਨੇ ਗੱਡੀਆਂ ਦੇ ਉਹ ਹੌਲੀ ਹੌਲੀ ਨੇੜੇ ਆ ਰਹੇ ਨੇ, ਕਿਉਂਕਿ ਜੋ ਸਭ ਤੋਂ ਮਹੱਤਵਪੂਰਨ ਗੱਲ ਅਸੀਂ ਸੁਣਦੇ ਹਾਂ ਉਹ ਹੈ ਵੀ ਅੱਜ ਪੁਕਾਰ ਹੈ। ਸੋ ਇਹ ਜਿਹੜੀ ਘੰਟੀ ਵੱਜੀ ਆ ਉਹਦਾ ਕੀ ਮਕਸਦ ਹੈ ਆਪਾਂ ਜਾਣਦੇ ਹਾਂ। ਸੋ ਜੇ ਇੱਕ ਨਿਗਾਹ ਮਾਰਦੇ ਹਾਂ, ਦੇਖੋ ਜਿੰਨੇ ਇੱਥੇ ਮਾਲਕ ਨੇ ਟਰੱਕਾਂ ਦੇ ਜਾਂ ਡਰਾਈਵਰ ਨੇ, ਜੋ ਵੀ ਟਰੱਕ ਆਪਰੇਟਰਸ ਨੇ ਉਹ ਆ ਕੇ ਇਸ ਹਾਲ ਦੇ ਵਿੱਚ ਬੈਠ ਰਹੇ ਨੇ। ਸੋ ਇੱਕ ਖਾਸ ਮਹੱਤਵ ਹੈ। ਗੱਲਬਾਤ ਕਰਾਂਗੇ ਕਿਉਂਕਿ ਅੱਜ ਗੱਲ ਆਪਾਂ ਟਰੱਕ ਯੂਨੀਅਨਸ ਦੀ ਕਰਨੀ ਆ। ਟਰੱਕ ਯੂਨੀਅਨਸ ਕਿਵੇਂ ਕੰਮ ਕਰਦੀਆਂ ਨੇ, ਕਿਵੇਂ ਜਿਹੜਾ ਆਪਣੇ ਦੇਸ਼ ਦੇ ਵਿੱਚ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਸਮਾਨ ਜਾਂਦਾ ਆ, ਆਪਾਂ ਉਸ ਦੀ ਗੱਲ ਕਰਨੀ ਆ। ਨੌਜਵਾਨ ਯੰਗ ਮੁੰਡੇ ਵੀ ਬੈਠੇ ਨੇ ਇੱਥੇ, ਟਰੱਕ ਜੋ ਆਪਰੇਟ ਕਰਦੇ ਨੇ, ਬਜ਼ੁਰਗ ਵੀ ਬੈਠੇ ਨੇ ਔਰ ਇੱਧਰ ਵੀ ਦੇਖਦੇ ਹੋ ਤਾਂ ਸੋ ਆਪਾਂ ਦੇਖਦੇ ਹਾਂ ਸਾਰੀ ਪ੍ਰਕਿਰਿਆ। ਇਹਨਾਂ ਨੇ ਦੱਸਿਆ ਪਹਿਲਾਂ ਵੀ ਆਪਣੇ ਕੋਲੇ ਫਲਾਣੀ ਜਗ੍ਹਾ ਦਾ ਡੈਸਟੀਨੇਸ਼ਨਸ ਦਾ ਇਹ 'ਚ ਕਰਨਾਲ ਪਾਣੀਪਤ ਦਾ ਆਪਣੇ ਕੋਲੇ ਬੁਕਿੰਗ ਆਈ ਹੈ ਔਰ ਉਸ ਬੁਕਿੰਗ ਦੇ ਲਈ ਇਸ ਯੂਨੀਅਨ ਦੇ ਵਿੱਚ 600 ਗੱਡੀ ਹੈ। ਇਹ ਜਿਹੜਾ 50, 100, 150, 200 ਨਾਮ ਇਹਨਾਂ ਨੇ ਬੋਲਿਆ ਵੀ 50 ਨੰਬਰ ਤੱਕ ਜੇ ਕੋਈ ਜਾਣਾ ਚਾਹੁੰਦਾ, ਰੇਟ ਵੀ ਨਾਲ ਦੱਸਿਆ। ਜਿਸ ਤਰ੍ਹਾਂ ਹੁਣ 282 ਨੰਬਰ ਨੇ ਹਾਂ ਕਰਤੀ ਵੀ ਮੈਂ ਲੈ ਕੇ ਜਾਊਂਗਾ। ਸੋ 282 ਤੱਕ ਉਹ ਨੰਬਰ ਦਾ ਕੱਟ ਲੱਗ ਗਿਆ, ਉਹ ਘੁੰਮ ਕੇ ਥੱਲੇ ਨੰਬਰ ਫੇਰ ਲੱਗ ਜਾਣਗੇ। ਸੋ ਇਹ ਹੈ ਪਹਿਲਾਂ ਤਾਂ ਜਿਹੜੀ ਆਪਾਂ ਜਾਣੀਏ ਪੁਕਾਰ ਕੀ ਹੈ। ਇੱਕ ਵਾਰੀ ਜ਼ਰੂਰ ਸਮਝੋ ਇਸ ਗੱਲ ਨੂੰ ਵੀ ਜਿਹੜੀ ਬੁਕਿੰਗ ਟਰੱਕ ਯੂਨੀਅਨ ਦੇ ਵਿੱਚ ਆਉਂਦੀ ਹੈ ਉਹ ਇਹਨਾਂ ਕੋਲੇ ਸਾਰੀ ਨੋਟ ਹੁੰਦੀ ਹੈ। ਨੋਟ ਹੋਣ ਤੋਂ ਬਾਅਦ ਇਹ ਉਹਨਾਂ ਦੇ ਰੇਟ ਜਿਹੜੇ ਨੇ ਉਹ ਇੱਕ ਨੈਗੋਸੀਏਸ਼ਨ ਰੇਟ ਹੁੰਦੇ ਨੇ। ਵੈਸੇ ਬਹੁਤੇ ਰੇਟ ਫਿਕਸ ਕੀਤੇ ਹੋਏ ਨੇ ਹਰ ਸਟੇਟ ਦੇ, ਹਰ ਜਗ੍ਹਾ ਦੇ। ਉਹ ਇੱਥੇ ਓਪਨ ਇੱਕ ਬੋਲੀ ਲਗਾ ਦਿੰਦੇ ਨੇ ਵੀ ਫਲਾਣੀ ਜਗ੍ਹਾ ਦਾ ਸਮਾਨ ਹੈ ਔਰ ਕਿਹੜੀ ਗੱਡੀ ਲੈ ਕੇ ਜਾਣਾ ਚਾਹੁੰਦੀ ਹੈ, ਔਰ ਉਹ ਜਿਹੜੇ ਨੰਬਰ ਦੀ ਗੱਡੀ ਉਸ ਲੜੀ 'ਚ ਹੁੰਦੀ ਉਹ ਹੱਥ ਖੜਾ ਕਰਦੇ ਨੇ ਜਾਂ ਦੱਸਦੇ ਨੇ ਵੀ ਅਸੀਂ ਐਗਰੀ ਆ ਜਾਣ ਦੇ ਲਈ, ਤੇ ਉਹ ਗੱਡੀ ਜਿਹੜੀ ਦੂਸਰੀ ਸਟੇਟ ਨੂੰ ਸਮਾਨ ਲੈ ਕੇ ਚਲੇ ਜਾਂਦੀ ਹੈ। ਇਹ ਇੱਕ ਪ੍ਰਕਿਰਿਆ ਆ ਪੁਕਾਰ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਵੀ ਟਰੱਕ ਯੂਨੀਅਨ ਦੀ ਪੁਕਾਰ ਕੀ ਹੁੰਦੀ ਆ। ਜਿਹੜੀ ਅੱਜ ਤੁਸੀਂ ਗੱਡੀ ਕਟਾਈ ਆ ਉਹਦਾ ਕੀ ਮਤਲਬ ਹੈ ਜੀ, ਤੇ ਕਿੱਥੇ ਜਾਣਾ ਤੇ ਕਿੰਨਾ ਰੇਟ ਹੈ ਉਹਦਾ? ਬੜੇ ਇਹ ਦਬਲਾਣ ਤੋਂ ਨਾ ਬਫਰ ਗੋਦਾਮ ਨੇ ਸਰਕਾਰੀ, ਉੱਥੇ ਜਾਣਾ ਜੀ। ਠੀਕ ਹੈ ਜੀ। ਤੇ ਇਹਦਾ 6200 ਰੁਪਏ ਰੇਟ ਆ, 580 ਕੱਟੇ ਦਾ ਜੀ, ਤੇ 282 ਨੰਬਰ ਤੋਂ ਕਟਾਇਆ ਨੰਬਰ ਅਸੀਂ। 580 ਕੱਟਿਆ ਦਾ ਮਤਲਬ ਕਿੱਥੇ ਤੱਕ ਕਿੰਨੀ ਦੂਰ ਜਾਣੀ ਹੈ? ਇਹ ਸਰ 22-23 ਕਿਲੋਮੀਟਰ ਪੈ ਜਾਏਗਾ ਸਫ਼ਰ ਇੱਥੇ ਤੋਂ ਗੱਡੀ ਜਾਣੀ ਹੈ ਨਾ ਦਬਲਾਣ ਤੋਂ ਲੋਡ ਹੋ ਕੇ ਫਿਰ ਬਫਰ ਗੋਦਾਮ ਨੇ ਉੱਥੇ ਖਾਲੀ ਹੋਣੀ, ਉੱਥੇ ਤੋਂ ਫੇਰ ਉਰੇ ਆਣੀ ਹੈ। 22 ਕਿਲੋਮੀਟਰ ਇੱਕ ਸਾਈਡ ਪੈ ਜਾਏਗਾ, 22-23 ਕਿਲੋਮੀਟਰ। ਕਿੰਨਾ ਕੰਮ ਹੋ ਜੂਗਾ ਟੋਟਲ? 28 ਟਨ ਮਾਲ ਸਰ, 28-29 ਟਨ ਮਾਲ ਹੈ ਜੀ। ਠੀਕ ਹੈ ਜੀ। 6200 ਰੁਪਏ ਕਿਰਾਇਆ ਬਣਦਾ ਇਹਦਾ ਮਤਲਬ 3500 ਰੁਪਏ ਖਰਚਾ ਆ ਜਾਏਗਾ ਜੀ। ਅੱਛਾ, 6200 ਰੁਪਏ ਦਿਹਾੜੀ ਦਾ ਕੰਮ? ਹਾਂ, 6200 ਜੋ ਖਰਚਾ ਵੀ ਹੈਗਾ ਨਾ ਜੀ, ਡੀਜ਼ਲ ਲੱਗਣਾ ਸਰ, ਟੂਲ ਲੱਗਣਾ ਜੀ, ਪਲੱਸ ਡਰਾਈਵਰ ਖਰਚਾ ਜੀ। ਹਾਂ ਜੀ।
2000 ਇਹਦੇ ਵਿੱਚ ਤੁਹਾਨੂੰ ਮਤਲਬ ਕੀ ਬੈਨੀਫਿਟ ਕਿੰਨਾ ਕੁ ਹੋਊਗਾ ਤੁਹਾਨੂੰ? ਮੈਡਮ ਜੀ 2500 ਰੁਪਇਆ ਬਚੂਗਾ ਅੰਦਾਜ਼ਾ। ਵੱਡੀ ਗੱਡੀ ਆ, ਫਿਰ ਉਹਦੇ ਡੈਮੇਜ ਵੀ ਆਣੇ ਵਿੱਚ ਖਰਚੇ ਵੀ ਹੈਗੇ ਜੀ। ਉਹ ਜਿਹੜਾ ਗੱਡੀ ਦਾ ਖਰਚਾ ਕਰਨਾ ਤੁਹਾਡੇ ਪੱਲੇ ਪੈਂਦਾ? ਹਾਂ ਜੀ, ਸਾਡੇ ਪੱਲੇ ਹੀ ਪੈਂਦਾ ਜੀ ਮੈਡਮ ਜੀ। ਹੁਣ ਕੋਲੋਂ ਪੈਸੇ ਦੇ ਕੇ ਖਰਚਾ ਕਰਕੇ ਸਾਰਾ ਟੂਲ ਦੇ ਪੈਸੇ, ਡਰਾਈਵਰ ਦੇ ਖਰਚਾ, ਡੀਜ਼ਲ ਵਗੈਰਾ ਸਾਰਾ ਪਾ ਕੇ ਭੇਜਣਾ ਪਏਗਾ ਹੁਣ। ਆਪਣੇ ਜਦੋਂ ਆਪਾਂ ਟਰੱਕ ਯੂਨੀਅਨ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਆਪਣੇ ਬੁਕਿੰਗ ਆਫਿਸ, ਮੀਟਿੰਗ ਹਾਲ, ਬਿਲਟੀ ਦਫ਼ਤਰ, ਸੋ ਇਹ ਸਾਰੀਆਂ ਗੱਲਾਂ ਦਾ ਇੱਕ ਬੜਾ ਵੱਡਾ ਯੋਗਦਾਨ ਹੈ। ਆਪਾਂ ਬੁਕਿੰਗ ਆਫਿਸ ਦੀ ਗੱਲ ਕਰਦੇ ਹਾਂ ਤਾਂ ਜਦੋਂ ਇਸ ਯੂਨੀਅਨ ਦੇ ਵਿੱਚ ਜਾਂ ਕਿਸੇ ਵੀ ਯੂਨੀਅਨ ਦੇ ਵਿੱਚ ਆਪਾਂ ਕੋਈ ਸਮਾਨ ਜਾਣਾ ਹੈ ਤਾਂ ਇਹਨਾਂ ਕੋਲ ਇੱਕ ਫੋਨ ਕਾਲ ਆ ਜਾਂਦੀ ਹੈ, ਜਾਂ ਉਹ ਲੋਕ ਜਿਹੜੇ ਨੇ ਉਹ ਆਪਣਾ ਦੱਸਦੇ ਨੇ ਵੀ ਸਾਡਾ ਸਮਾਨ ਜਾਣਾ ਹੈ। ਜਿਵੇਂ ਤੁਸੀਂ ਸਾਹਮਣੇ ਦੇਖਦੇ ਹੋ ਵੀ 9:30 ਵਜੇ ਇਹਨਾਂ ਕੋਲੇ ਜਿਹੜੀ ਮੰਗ ਸੀ, ਇਹਨਾਂ ਕੋਲ ਡਿਮਾਂਡ ਸੀ, ਉਹ ਸੀ ਵੀ ਸਾਗਰ ਹੇੜੀ ਜਾਣੀਆਂ ਨੇ, ਔਰ ਉਸ ਵਾਰ ਗੁੜਗਾਉਂ ਜਾਣੀ ਆ 15 ਤੋਂ 16 ਟਨ ਜਿਹੜਾ ਪੇਪਰ ਜਾਣਾ, ਜਿਹਦਾ 125 ਰੁਪਏ ਕੁਆਂਟਲ ਜਿਹੜਾ ਉਹ ਰੇਟ ਹੈ। ਕੋਟੇ ਜਾਣਾ ਪੇਪਰ, ਕਾਨਪੁਰ ਫੈਂਸੀ ਟਾਈਲਾਂ ਜਾਣੀਆਂ ਨੇ। ਇਸ ਤਰੀਕੇ ਜਿਹੜਾ ਇੱਕ ਰੇਟ ਹੈ। ਜਾਂ ਥੱਲੇ ਆਪਾਂ ਦੇਖਦੇ ਹਾਂ 11 ਵਜੇ ਦੀ ਪੁਕਾਰ 'ਚ ਪਾਣੀਪਤ ਚੌਲ ਜਾਣੇ ਨੇ, ਜਾਂ ਦਬਲਾਨ ਲੋਕਲ ਜਿਹੜੀ ਆ ਉਹ ਸਰਕਲ ਹੈ। ਮਕਸਦ ਕੀ ਆ? ਮਕਸਦ ਇਹ ਹੈ ਵੀ ਜਦੋਂ ਇਹਨਾਂ ਕੋਲੇ ਇੱਕ ਲੋਕ ਦੱਸਦੇ ਨੇ ਵੀ ਅਸੀਂ ਸਮਾਨ ਇੱਥੇ ਭੇਜਣਾ ਹੈ, ਤੇ ਇਹ ਇਸ ਚਾਰਟ ਦੇ ਉੱਤੇ ਹਰ ਵੇਲੇ ਜਿਹੜੀ ਅਪਡੇਟ ਹੁੰਦਾ ਰਹਿੰਦਾ ਵੀ ਇਹਦੀ ਜਿਹੜੀ ਸਾਡੀ ਡਿਮਾਂਡ ਹੈ। ਔਰ ਇਹ ਜੇ ਤੁਸੀਂ ਨੋਟ ਕਰੋ ਤਾਂ ਇਸ ਟਾਈਮ 4 ਤੇ ਤਕਰੀਬਨ 7 ਤੋਂ 8 ਜਿਹੜੀਆਂ ਡਿਮਾਂਡ ਨੇ, ਤੇ 600 ਗੱਡੀ ਆ। ਮਤਲਬ ਉਹਦੇ ਵਿੱਚ 600 ਗੱਡੀ 'ਚ ਸੀਕੁਐਂਸ ਵਾਈਜ਼ ਜਿਹੜੀ ਆ ਉਹ ਉੱਪਰੋਂ ਥੱਲੇ ਤੱਕ ਪੁਕਾਰ ਕਰਦੇ ਨੇ, ਜਿਹੜੀ ਆਪਾਂ ਹੁਣੇ ਪਹਿਲਾਂ ਦੇਖ ਕੇ ਆਏ ਆ। ਪੁਕਾਰ ਦੇ ਵਿੱਚ ਇਹੀ ਇਹਨਾਂ ਨੇ ਉੱਥੇ ਗੱਲਾਂ ਬੋਲੀਆਂ ਸੀ ਵੀ ਗੁੜਗਾਉਂ ਨੂੰ ਜਾਣੀ ਆ ਗੱਡੀ, ਪਾਣੀਪਤ ਨੂੰ ਜਾਣੀ ਆ, ਤੇ ਜਿਸ ਡਰਾਈਵਰ ਨੂੰ ਜਾਂ ਮਾਲਕ ਨੂੰ ਜਾਂ ਆਪਰੇਟਰ ਨੂੰ ਲੱਗਦਾ ਵੀ ਮੇਰੇ ਵਾਰਾ ਖਾਂਦਾ ਆ, ਉਹ ਉੱਥੇ ਆਪਣਾ ਹੱਥ ਖੜਾ ਕਰ ਦਿੰਦੇ ਨੇ ਵੀ ਅਸੀਂ ਇਸ ਸਮਾਨ ਨੂੰ ਲੈ ਕੇ ਜਾਵਾਂਗੇ। ਸੋ ਇਹ ਬਹੁਤ ਇੱਕ ਸਿਸਟਮੈਟਿਕ ਕੰਮ ਹੈ ਜਿਹੜੇ ਯੂਨੀਅਨਸ ਨੇ। ਤੇ ਜਿਹੜਾ ਸਾਰਾ ਦਾਰੋਮਦਾਰ ਚੱਲਦਾ ਉਹ ਚੱਲਦਾ ਆ ਪਹਿਲਾਂ ਇਸ ਆਫਿਸ ਤੋਂ, ਜਿੱਥੇ ਮੈਨੇਜਰ ਸਾਹਿਬ ਜਿਹੜੀ ਆ ਬੜੀ ਹਾਰਡ ਜਿਹੜੀ ਇਹਨਾਂ ਦੀ ਡਿਊਟੀ ਹੈ, ਕਿਉਂਕਿ ਇਹਨਾਂ ਨੇ ਬੁਕਿੰਗਸ ਤੋਂ ਲੈ ਕੇ ਹਰ ਚੀਜ਼ ਜਿਹੜੀ ਆ ਪੈਸੇ ਦੀ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਵੀ ਸਮਝ ਲਓ ਦਫ਼ਤਰ ਦੀ ਹੋ ਜਾਂਦੀ ਹੈ, ਕਿਉਂਕਿ ਇਹ ਇੱਕ ਸੈਂਟਰ ਪੁਆਇੰਟ ਦੇ ਰੂਪ 'ਚ ਕੰਮ ਕਰਦੇ ਨੇ। ਜਿਹੜਾ ਸਮਾਨ ਭੇਜਣ ਵਾਲਾ ਉਹ ਇਹਨਾਂ ਨਾਲ ਕੰਟੈਕਟ ਕਰਦਾ, ਤੇ ਜਿਹੜੇ ਡਰਾਈਵਰ ਨੇ ਉਹ ਜਾਂਦੇ। ਇਹੀ ਯੂਨੀਅਨਸ ਦਾ ਫਾਇਦਾ ਹੈ ਵੀ ਇੱਕ ਰਿਸਪੌਂਸਿਬਿਲਟੀ ਆਇਦ ਹੋ ਜਾਂਦੀ ਹੈ ਵੀ ਇਹਨਾਂ ਕੋਲੇ ਜਿਹੜਾ ਵੀ ਬੰਦਾ ਆਉਂਦਾ ਆ ਉਹਦਾ ਪੂਰਾ ਬਿਲਟੀ ਨੰਬਰ, ਉਹਦੀਆਂ ਗੱਡੀ ਨੰਬਰ, ਉਹਨੇ ਕਿੱਥੇ ਜਾਣਾ ਹੈ, ਕੀ ਲੈ ਕੇ ਜਾਣਾ ਹੈ, ਕੀ ਰੇਟ ਹੈ, ਤੇ ਸਾਰਾ ਕੁਝ ਇਹ ਦਰਜ ਕਰਦੇ ਨੇ। ਸੋ ਇਸ ਤਰੀਕੇ ਦੇ ਨਾਲ ਜਿਹੜੀ ਸਾਰੀ ਪ੍ਰਕਿਰਿਆ ਇਸ ਦਫ਼ਤਰ ਤੋਂ ਸ਼ੁਰੂ ਹੁੰਦੀ ਹੈ। ਔਰ ਪੁਕਾਰ ਹੋਣੀ, ਡਿਮਾਂਡ ਕਿੱਥੋਂ ਆਈ ਆ, ਸਪਲਾਈ ਕਿਵੇਂ ਜਾਣੀ ਆ, ਉਹ ਜਿਹੜਾ ਸਾਰਾ ਕਾਰਜ ਆ ਜਿਹਨੂੰ ਆਪਾਂ ਕਹਿੰਦੇ ਆ ਵੀ ਪੰਜਾਬ ਦਾ ਜਿਹੜਾ ਸਮਾਨ ਆ ਉਹ ਕਰਨਾਟਕ ਦੇ ਵਿੱਚ ਪਹੁੰਚ ਗਿਆ, ਤੇ ਕਰਨਾਟਕ ਦਾ ਜਿਹੜਾ ਉਹ ਰਾਜਸਥਾਨ 'ਚ ਪਹੁੰਚ ਗਿਆ, ਉਹਦੇ ਪਿੱਛੇ ਇਹੀ ਕਾਰਨ ਹੈ। ਪਰ ਇੱਕ ਪਹਿਲੂ ਫੇਰ ਦੁਬਾਰਾ ਦੁਹਰਾਉਂਦੇ ਆ ਵੀ ਬੇਰੁਜ਼ਗਾਰੀ, ਕੰਮ। ਅੱਜ ਜਿਹੜਾ ਵੀ ਇੱਥੇ ਤੁਸੀਂ ਦੱਸਦੇ ਵੀ 600 ਗੱਡੀ ਆ ਇੱਥੇ, ਤੇ ਅੱਜ ਮੈਂ ਦੇਖਿਆ ਵੀ ਹੁਣ 3-4 ਗੱਡੀਆਂ ਨੂੰ ਜਿਹੜਾ ਤੁਸੀਂ ਸਿਰਫ ਪੁਕਾਰ ਲਾਈ ਆ, ਫਿਰ ਬਾਕੀ ਗੱਡੀਆਂ ਜਿਹੜੀਆਂ ਵਿਹਲੀਆਂ ਰਹਿੰਦੀਆਂ ਨੇ ਜੀ? ਵਿਹਲੀਆਂ ਨੇ ਜੀ। ਦੇਖੋ ਹੁਣ 12 ਵਾਲੀ ਪੁਕਾਰ ਹੋਏਗੀ, ਦੁਬਾਰਾ ਉਸ 'ਚ ਜੇ ਕੋਈ ਮਾਲ ਆਊਗਾ ਤਾਂ ਜਿਹੜੀ ਗੱਡੀ ਦਾ ਨੰਬਰ ਆਏਗਾ ਉਹ ਕਟਾ ਲੂਗੀ, ਜੇ ਉਹਨੂੰ ਪੜਤਾ ਆਊਗਾ। ਇਦਾਂ ਹੀ ਪੁਕਾਰਾਂ ਸਿਰਫ 5 ਵਜੇ ਤੱਕ ਹੈ। ਦਿਨ 'ਚ ਦੇਖੋ 40 ਗੱਡੀਆਂ ਨੂੰ ਵੀ ਕੰਮ ਮਿਲ ਜਾਂਦਾ ਹੈ, ਤੇ ਕਈ ਵਾਰ 4 ਨੂੰ ਵੀ ਨਹੀਂ ਮਿਲਦਾ, ਤੇ ਕਈ ਵਾਰ 50 ਨੂੰ ਵੀ ਮਿਲ ਜਾਂਦਾ ਹੈ। ਪਰ ਜੇ ਕਹੀਏ ਵੀ ਸਾਰੀ ਗੱਡੀਆਂ ਨੂੰ ਕੰਮ ਮਿਲਦਾ ਹੈ ਰੋਜ਼ ਰੈਗੂਲਰ, ਨਹੀਂ ਸਾਰੀਆਂ ਨੂੰ ਤਾਂ ਨਹੀਂ ਮਿਲਦਾ, ਕਿਉਂਕਿ ਤਕਰੀਬਨ ਮੇਰੇ ਹਿਸਾਬ ਨਾਲ ਸਾਡੀ 400 ਕੁ ਗੱਡੀ, 350 ਦੇ ਕਰੀਬ 400 ਗੱਡੀ ਹਰ ਵੇਲੇ ਯੂਨੀਅਨ 'ਚ ਖੜੀ ਹੀ ਮਿਲੇਗੀ ਜਿਹਨੂੰ ਕੰਮ ਨਹੀਂ ਹੁੰਦਾ। ਕੁਝ ਕੁ ਬੰਦੇ ਆਪਣੇ ਲੈਵਲ ਤੇ ਯੂਨੀਅਨ ਤੋਂ ਬਾਹਰ ਹੋ ਕੇ ਗੱਡੀਆਂ ਚਲਾ ਰਹੇ ਨੇ, ਵੀ ਜਿਵੇਂ ਟਰਾਂਸਪੋਰਟ ਤੋਂ ਜਿਸ ਨੂੰ ਮਾਲ ਮਿਲ ਗਿਆ, ਲਾ ਕਹਿੰਦਾ ਮੇਰਾ ਨੰਬਰ ਨਹੀਂ ਆਇਆ, ਵੀ ਚੱਲ ਘੱਟ ਆ ਵਾਧਾ, ਵੀ ਚੱਲ ਯਾਰ ਕੁਝ ਮੈਨੂੰ ਬਚੇਗਾ ਮੈਂ ਚਲੇ ਜਾਣਾ। ਸੋ ਇਦਾਂ ਸਿਸਟਮ ਸਾਡਾ ਚੱਲੀ ਜਾਂਦਾ, ਪਰ ਸਾਰੀ ਗੱਡੀਆਂ ਨੂੰ ਰੋਜ਼ ਕੰਮ ਨਹੀਂ ਮਿਲਦਾ। ਕੀ ਰੇਟ ਹੈ ਜੀ ਹੁਣ ਗੱਡੀ ਦਾ? ਆਪਣੇ ਆਮ ਟਰੱਕ ਦਾ ਕੀ ਰੇਟ ਹੈ ਜੀ? ਦੱਸ। ਹਾਂਜੀ, LP ਨਵੀਂ ਗੱਡੀ ਘੋੜਾ ਜਾ ਕੇ ਤੁਹਾਡਾ 40 ਲੱਖ ਨੂੰ ਹੱਥ ਲਾਉਂਦਾ ਜੀ, 40-45 ਲੱਖ ਨੂੰ ਹੱਥ ਲਾ ਦਿੰਦਾ ਜੀ, ਵਿਆਜ ਬੂਜ ਪਾ ਕੇ। 10 ਟਾਰੀ ਤੁਹਾਡੀ ਹੁਣ ਲਾ ਲਓ ਜੀ, ਹੈਗੀ ਹੈ ਕਰੀਬਨ 22 ਲੱਖ ਦੇ ਕਰੀਬ ਪੈਂਦੀ ਜਾ ਕੇ। ਹਾਂ, ਪਾਰਟੀ ਲਾ ਕੇ 25 ਲੱਖ ਪਲੱਸ ਜਾਏਗੀ, 25 ਪਲੱਸ ਜਾਊਗੀ ਜੀ। ਔਰ ਕੰਮ ਜੇ ਦੇਖਿਆ ਜਾਏ ਤਾਂ 50,000 ਵੀ ਮਹੀਨੇ ਦਾ ਕੰਮ ਨਹੀਂ ਹੋ ਪਾ ਰਿਹਾ, ਤੇ ਕਿਸ਼ਤਾਂ ਲੱਖ ਰੁਪਏ ਦੀਆਂ, ਕੰਮ 50,000 ਦਾ ਕਰਦੀ ਹੈ। ਬਾਕੀ ਕਿੱਥੋਂ ਲੈ ਕੇ ਆਉਂਦੇ ਹੋ ਰੱਬ ਹੀ ਸਾਡਾ ਜਾਣਦਾ ਹੈ ਵੀ ਕਿਵੇਂ ਚੱਕ ਰਹੇ ਆ। ਜੇ 5,000 ਕਿਸੇ ਤੋਂ 2,000 ਫੜ ਲਓ, ਸ਼ਾਇਦ ਉਹ ਅੱਜ ਦੇ ਹਾਲ 'ਚ ਮੁੜਦਾ ਨਹੀਂਗਾ। ਰਿਸ਼ਤੇਦਾਰ ਵੀ ਹੁਣ ਫੋਨ ਚੱਕਣੋਂ ਹਟ ਗਿਆ ਵੀ ਕਿਤੇ ਪੈਸਾ ਨਾ ਮੰਗ ਲੈ ਅਗਲਾ, ਜੋ ਹਾਲ ਇਹ ਹੈ। ਸੋ ਬੜੀਆਂ ਸੱਚੀਆਂ ਗੱਲਾਂ ਨੇ ਜੀ। ਇਹ ਹੌਸਲੇ ਨੇ, ਇਹ ਬੁਲੰਦ ਹੌਸਲੇ ਨੇ। ਆਪਾਂ ਜਦੋਂ ਟਰੱਕ ਡਰਾਈਵਰਸ ਦੀ ਗੱਲ ਕਰਦੇ ਹਾਂ ਜਾਂ ਮਾਲਕਾਂ ਦੀ ਗੱਲ ਕਰਦੇ ਹਾਂ, ਇਹ ਬੁਲੰਦ ਹੌਸਲੇ ਨੇ, ਬੁਲੰਦ ਹੌਸਲੇ। ਚੀਜ਼ ਕਹਿਣਾ ਚਾਹੁੰਦੇ ਆ
ਵੀ ਸਾਨੂੰ ਗ੍ਰਾਂਟਾਂ ਦੀ ਲੋੜ ਨਹੀਂ, ਸਾਨੂੰ ਤੁਹਾਡੇ ਆਟਾ ਦਾਲ ਸਕੀਮਾਂ ਦੀ ਲੋੜ ਨਹੀਂ, ਅਸੀਂ ਕਿਰਤੀ ਆ, ਸਾਨੂੰ ਕੰਮ ਦੀ ਲੋੜ ਹੈ। ਸਾਡੇ ਨੌਜਵਾਨੀ ਪੀੜ੍ਹੀ ਨੂੰ ਨਪੁੰਸਕ ਨਾ ਬਣਾਓ, ਨਾ ਇਹ ਗ੍ਰਾਂਟਾਂ ਤੇ ਨਾ ਇਹ ਚੌਲਾਂ ਤੇ ਲਾਓ, ਸਾਨੂੰ ਕਿਸੇ ਚੀਜ਼ ਦੀ ਤੁਹਾਡੀ ਲੋੜ ਨਹੀਂ, ਸਾਨੂੰ ਕੰਮ ਦਿਓ, ਅਸੀਂ ਮਿਹਨਤ ਕਰਕੇ ਆਪਣਾ ਘਰ ਪਹੁੰਚਾਉਣਾ ਜਾਣਦੇ ਆ। ਸਾਨੂੰ ਸਿਸਟਮ ਦੀ ਲੋੜ ਹੈ, ਸਾਨੂੰ ਕੰਮ ਦੀ ਲੋੜ ਹੈ, ਨਾ ਕਿ ਤੁਹਾਡੇ ਗ੍ਰਾਂਟਾਂ ਦੀ 1000 ਰੁਪਏ ਦੇ ਆਟਾ ਚੌਲ ਦੇ ਦਿੱਤਾ ਜੀ 80 ਰੁਪਏ ਕਿਲੋ ਨੂੰ 20 ਰੁਪਏ ਕਿਲੋ ਦਿੱਤਾ, ਸਾਨੂੰ ਨਹੀਂ ਲੋੜ, ਇਹ ਤੁਸੀਂ ਉਹ ਖਾਓ, ਸਾਨੂੰ ਸਿਰਫ ਕੰਮ ਦੀ ਲੋੜ, ਅਸੀਂ ਕੰਮ ਮੰਗਦੇ ਆ। ਬਾਬਾ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਇਸ ਲਾਈਨ ਦੇ ਵਿੱਚ? ਨਹੀਂ ਮੈਨੂੰ ਤਾਂ ਥੋੜਾ ਚਿਰ ਹੀ ਹੋਇਆ ਹੈ। ਥੋੜਾ ਚਿਰ ਹੋਇਆ। ਹਾਂ ਜੀ, ਹਾਂ। ਤੇ ਹੋਰ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ? ਸਾਨੂੰ ਹੋ ਗਏ 30 ਸਾਲ ਜੀ। 30 ਸਾਲ। ਹਾਂਜੀ 30 ਸਾਲ ਇਹੀ ਟਰੱਕਾਂ ਦੇ ਕੰਮ ਕੀਤਾ? ਹਾਂਜੀ ਹਾਂ, ਆਪਣੀਆਂ ਗੱਡੀਆਂ ਰੱਖੀਆਂ ਨੇ ਜਾਂ ਆਪਣੀਆਂ ਜੀ। ਪਹਿਲਾਂ ਕੰਮ ਵੀ ਕੀਤਾ ਜੀ? ਹਾਂਜੀ ਹਾਂ। ਤੇ ਕਿਵੇਂ ਫਰਕ ਮਹਿਸੂਸ ਹੈ ਜੀ ਪਹਿਲਾਂ ਨਾਲ ਹੁਣ ਦਾ, ਕੋਈ ਫਰਕ ਹੈ ਜੀ? ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਹੁਣ ਜਦੋਂ ਦੀਆਂ ਕਾਂਗਰਸ ਨੇ ਯੂਨੀਅਨਾਂ ਤੋੜੀਆਂ, ਜ਼ਮੀਨ ਅਸਮਾਨ ਦਾ ਫਰਕ ਆ। ਕੋਈ ਵਪਾਰੀ ਨਹੀਂ ਸਾਡੇ ਕੋਲ ਆਉਂਦਾ ਹੈਗਾ। ਕੋਈ ਇੰਡਸਟਰੀ ਦਾ ਵੀ ਫਰਕ ਹੈ ਜੀ? ਇੰਡਸਟਰੀ ਘੱਟ ਹੈ ਪੰਜਾਬ 'ਚ, ਉਹਦਾ ਵੀ ਫਰਕ ਪੈਂਦਾ ਹੈ? ਹਾਂ ਉਹ ਵੀ ਪੈਂਦਾ ਜੀ ਫਰਕ। ਹਾਂ ਹਾਂਜੀ ਹਾਂ। ਸੋ ਗੱਲ ਫਿਰ ਉੱਥੇ ਹੀ ਆਉਂਦੀ ਆ ਵੀ ਲੱਖਾਂ ਰੁਪਇਆ ਲਾ ਕੇ ਜਿਹੜੀਆਂ ਗੱਡੀਆਂ ਉਹ ਦੇਖੋ ਖੜੀਆਂ ਜੇ ਸਾਹਮਣੇ 10 ਵੱਜ ਗਏ ਆ। ਇਹ ਦੇਖੋ ਤੁਸੀਂ ਵੀ, ਜੇ ਆਪਾਂ ਦੇਖਦੇ ਹਾਂ ਸੈਂਕੜਿਆਂ ਦੀ ਤਾਦਾਦ 'ਚ ਉਰੇ ਗੱਡੀਆਂ ਖੜੀਆਂ ਨੇ, ਸੈਂਕੜਿਆਂ ਦੀਆਂ। ਔਰ ਇੱਕ ਯੂਨੀਅਨ ਦੀ ਗੱਲ ਹੈ, ਇਹ ਮੋਟਰਸਾਈਕਲ ਸਕੂਟਰ ਜਿਹੜੇ ਘਰਾਂ 'ਚੋਂ ਲੋਕ ਆਏ ਸੀ ਵੀ ਅੱਜ ਸਾਡੀ ਗੱਡੀ ਦਾ ਨੰਬਰ ਆਊਗਾ, ਅਸੀਂ ਕੁਝ ਬੱਚਿਆਂ ਲਈ ਕਮਾ ਕੇ ਲੈ ਕੇ ਜਾਵਾਂਗੇ। ਕੀ ਫਰਕ ਹੈ ਸੜਕ ਦੇ ਚੌਂਕ ਤੇ ਖੜੇ ਮਜ਼ਦੂਰਾਂ ਦਾ ਤੇ ਇਹਨਾਂ ਭਰਾਵਾਂ ਦਾ ਜਿਹੜੇ 30 ਲੱਖ 35 ਲੱਖ 40 ਲੱਖ ਰੁਪਇਆ ਗੱਡੀਆਂ ਤੇ ਲਾਈ ਫਿਰਦੇ ਨੇ, ਤੇ ਇਹਨਾਂ ਤੇ ਉਹਨਾਂ ਦਾ ਕੀ ਫਰਕ ਹੈ? ਬਰਾਬਰ ਹੀ ਚੱਲਦਾ ਕੰਮ। ਗੁਰਦੁਆਰਾ ਸਾਹਿਬ ਲਓ ਜੀ, ਹੁਣ ਪਹੁੰਚੇ ਆਪਾਂ ਟਰੱਕ ਯੂਨੀਅਨ ਦੀ ਸੱਥ ਦੇ ਵਿੱਚ। ਦੇਖੋ ਸੱਥ 'ਚ ਊਂ ਤਾਂ ਆਪਣੇ ਇੱਕ ਆਮ ਕਹਾਵਤ ਆ ਪਿੰਡਾਂ 'ਚ ਵੀ, ਜਿਹੜਾ ਵਿਹਲਾ ਬੰਦਾ ਉਹ ਸੱਥ ਜਾ ਕੇ ਬੈਠਦਾ ਹੈ। ਵਿਹਲਾ ਤਰੀ ਮੈਂ ਕਹਿ ਸਕਦਾ ਕਿਉਂਕਿ ਮੇਰੇ ਭਰਾ ਨੇ, ਵੱਡੇ ਵੀਰ ਨੇ, ਪਰ ਮੁਸ਼ਕਲ ਇਹ ਹੈ ਵੀ ਇਹ ਕਹਿੰਦੇ ਨੇ ਵੀ ਸਾਨੂੰ ਤੁਸੀਂ ਵਿਹਲੇ ਹੀ ਦੱਸੋ ਕਿਉਂਕਿ ਸਾਨੂੰ ਸਰਕਾਰਾਂ ਨੇ ਵਿਹਲਾ ਕਰਤਾ। ਸੋ ਪਹਿਲਾਂ ਭਾਜੀ ਉਹਨਾਂ ਨੂੰ ਪੁੱਛਦੇ ਹਾਂ। ਹਾਂਜੀ ਭਾਜੀ, ਕਿਵੇਂ ਵੀ ਇੰਨੇ ਕੰਮ ਹੋਣ ਦੇ ਬਾਵਜੂਦ ਵੀ ਕਿਵੇਂ ਤਾਸ਼ ਚੱਲ ਰਹੀ ਹੈ ਜੀ? ਕੰਮ ਜਨਾਬ ਹੈ ਨਹੀਂ ਉਰੇ ਸਾਡੇ। ਤੁਸੀਂ ਰਾਉਂਡ ਮਾਰੋ, ਘੱਟੋ ਘੱਟ 2-250 ਗੱਡੀ ਖੜੀ ਹੈ ਜੀ ਤੋਂ ਟੈਕਸ ਨਹੀਂ ਭਰਿਆ ਜਾਂਦਾ, ਪਰਮਿਟ ਨਹੀਂ ਚੱਕਿਆ ਜਾਂਦਾ, ਇੰਸ਼ੋਰ ਤਾਂ ਕਿਸੇ ਤੋਂ ਕਟਾਈਏ ਨਹੀਂ ਜਾਂਦੀ। ਅੱਜ ਤੋਂ 2-4 ਸਾਲ ਪਹਿਲਾਂ ਆਮ ਲੋਕ ਕਟਾ ਲੈਂਦੇ ਜਿਹੜੇ ਬਾਹਰ ਚੱਲਦੇ ਆ, ਹੁਣ ਬਾਹਰ ਵਾਲਿਆਂ ਤੋਂ ਵੀ ਨਹੀਂ ਕਟਾਈ ਜਾਂਦੀ। ਇੰਨੇ ਕੁ ਮਜਬੂਰ ਹੋਏ ਪਏ ਆ, ਕਿਸੇ ਤੋਂ ਕੋਈ ਟੈਕਸ ਨਹੀਂ ਭਰਿਆ ਜਾਂਦਾ, ਟਾਇਰ ਨਹੀਂ ਲੱਗਦਾ। ਸਰਕਾਰਾਂ ਨੇ ਸਾਨੂੰ ਬਿਲਕੁਲ ਖਤਮ ਕਰਤਾ। ਡੀਜ਼ਲ ਨੇ, ਟੋਲਾਂ ਨੇ, ਹੋਰ ਮਹਿੰਗਾਈ ਨੇ ਸਾਡੀ ਬਹੁਤ, ਭਾੜੇ ਸਾਡੇ ਬਹੁਤ ਘੱਟ ਨੇ ਜੀ। ਇੱਕ ਚੀਜ਼ ਜ਼ਰੂਰ ਜਾਣਨੀ ਚਾਹਾਂਗੇ ਜੀ, ਤੁਹਾਡੇ ਕੋਲ ਪੁੱਛਦੇ ਹਾਂ, ਇੱਕ ਐਨਪੀ ਲਿਖਿਆ ਹੁੰਦਾ ਸੀ ਟਰੱਕਾਂ ਤੇ, ਉਹਦਾ ਕੀ ਮਕਸਦ ਦਾ ਜੋ ਦਰਸ਼ਨ ਦੱਸੋ? ਐਨਪੀ ਦਾ ਮਤਲਬ ਨੈਸ਼ਨਲ ਪਰਮਿਟ। ਹਾਂਜੀ, ਉਹ ਫਿਰ ਸਾਰੇ ਇੰਡੀਆ ਲਈ ਹੋ ਜਾਂਦਾ ਜੀ, ਉਹਦੀ ਵੀ ਕੋਈ ਆਲ ਇੰਡੀਆ ਵਾਸਤੇ। ਆਲ ਇੰਡੀਆ ਵਾਸਤੇ। ਹਾਂਜੀ। ਸੋ ਦਰਸ਼ਕ ਅਕਸਰ ਬੱਚੇ ਜਦੋਂ ਗੱਡੀਆਂ ਕਾਰਾਂ 'ਚ ਬੈਠਦੇ ਨੇ ਜ਼ਰੂਰ ਪੁੱਛਦੇ ਨੇ ਵੀ ਜਿਹੜਾ ਐਨਪੀ ਕਿਉਂ ਲਿਖਿਆ ਹੁੰਦਾ, ਤੇ ਲੋਕਲ ਭਾਜੀ ਕਿੰਨਾ ਕੁ ਕੰਮ ਹੁੰਦਾ ਆਪਣਾ, ਜਿਵੇਂ ਸ਼ਹਿਰ ਆਪਣਾ ਇੰਡਸਟਰੀ ਸਹੀ ਨਹੀਂਗਾ? ਲੋਕਲ ਤਾਂ ਜੀ ਮੰਡੀਆਂ ਦਾ ਇਹ ਹੁੰਦਾ ਤਾਂ ਜੀ। ਮੰਡੀਆਂ। ਹਾਂ ਜੀ ਹਾਂ, 6 ਮਹੀਨਿਆਂ ਬਾਅਦ ਕਣਕ ਚੱਕਣੀ, ਜੀਰੀ ਚੱਕਣੀ ਜੀ। ਉਹ ਹੁਣ ਗਵਰਨਮੈਂਟ ਨੇ ਖਤਮ ਕਰਤਾ ਜੀ। ਠੇਕੇਦਾਰਾਂ ਨੂੰ ਦੇਤੇ ਟੈਂਡਰ ਜੀ। ਪਹਿਲਾਂ ਯੂਨੀਅਨ ਦੇ ਟੈਂਡਰ ਹੁੰਦੇ ਤੇ ਜੀ, ਹੁਣ ਠੇਕੇਦਾਰਾਂ ਨੂੰ ਦੇਤੇ ਜੀ। ਹਾਂ ਜੀ। ਸੋ ਹਰ ਪਾਸੇ ਜਿਹੜਾ ਆ ਕਾਰੋਬਾਰ ਦਾ ਮੰਦਾ ਜ਼ਰੂਰ ਚੱਲਦਾ ਆ, ਪਰ ਉਹ ਲੋਕ ਜਿਹੜੇ ਸਾਰੇ ਦੇਸ਼ ਨੂੰ ਚਲਾਉਂਦੇ ਨੇ, ਦੇਖੋ ਹਰ ਬੰਦੇ ਦਾ ਯੋਗਦਾਨ ਆ। ਪਰ ਕੋਈ ਵੀ ਮੁਲਕ ਆ, ਚਾਹੇ ਅਮਰੀਕਾ ਚਲੇ ਜਾਓ, ਅਮਰੀਕਾ ਵੀ ਬੇਸ਼ੱਕ ਉਹਨਾਂ ਨੇ 400 ਡੱਬਿਆਂ ਦੀਆਂ ਗੱਡੀਆਂ ਬਣਾਤੀਆਂ ਨੇ, ਉਹ ਡਬਲ ਡੈਕਰ ਗੱਡੀਆਂ ਨੇ ਸਮਾਨ ਢੋਣ ਵਾਲੀਆਂ, ਪਰ ਟਰੱਕਾਂ ਬਿਨਾਂ ਉੱਥੇ ਵੀ ਗੁਜ਼ਾਰਾ ਨਹੀਂ ਹੈ। ਔਰ ਅਸੀਂ ਸਭ ਤੋਂ ਇਗਨੋਰ ਰੱਖਦੇ ਹਾਂ ਇਹੀ ਯੂਰਪੀਅਨ ਕੰਟਰੀ ਚਲ ਜਾਓ, ਕੈਨੇਡਾ ਅਮਰੀਕਾ ਚਲ ਜਾਓ, ਲੋਕ ਲੱਖਾਂ ਰੁਪਈਆ ਟਰੱਕਿੰਗ ਤੋਂ ਕਮਾਉਂਦੇ ਨੇ। ਤੇ ਸਾਡਾ ਜਿਹੜਾ ਦੇਸ਼ ਦੇ ਵਿੱਚ ਸਭ ਤੋਂ ਜਿਹੜਾ ਸੈਕਟਰ ਜਿਹਨੂੰ ਅਸੀਂ ਲਾਂਭੇ ਕਰ ਰੱਖਿਆ ਉਹ ਸਾਡਾ ਟਰੱਕਾਂ ਦਾ ਡਿਵੀਜ਼ਨ ਹੈ। ਔਰ ਇਹਦੀ ਮੂੰਹ ਬੋਲਦੀ ਤਸਵੀਰ ਹੈ ਵੀ 50 ਸਾਲ 55 ਸਾਲ 60 ਸਾਲ ਦੇ ਲੋਕ ਤਾਸ਼ ਖੇਡ ਰਹੇ ਨੇ ਕਿਉਂਕਿ ਕੰਮ ਨਹੀਂ ਹੈ। ਨੌਜਵਾਨ ਖੜੇ ਨੇ ਕਿਉਂਕਿ ਕੰਮ ਨਹੀਂ। ਸੰਧੂ ਸਾਹਿਬ, ਤੁਹਾਨੂੰ ਕੀ ਲੱਗਦਾ ਜੀ ਵੀ ਇਹ ਕਦੇ ਸੁਧਾਰ ਹੋਣਾ ਜਾਂ ਸਰਕਾਰਾਂ ਦਿਨ ਤੋਂ ਦਿਨ ਨਿਘਾਰ ਹੀ ਹੁੰਦਾ ਜਾ ਰਿਹਾ? ਉਮੀਦ ਬਹੁਤ ਘੱਟ ਹੈ ਗਰੇਵਾਲ ਸਾਹਿਬ। ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਸੁਧਾਰ ਹੋ ਸਕਦਾ ਇਸ ਤਰ੍ਹਾਂ ਦਾ ਕੋਈ। ਸੰਧੂ ਸਾਹਿਬ, ਤੁਸੀਂ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਨਾਲ, ਔਰ ਦੇਖੋ ਤੁਹਾਡੀ ਹਿੰਮਤ ਵੀ ਹੈ, ਟਰੱਕਾਂ 'ਚ ਰਹੇ ਹੋ, ਉਤਰਾਅ ਚੜ੍ਹਾਅ ਵੀ ਦੇਖਦੇ ਹੋ। ਸਬਸਟੀਚਿਊਟ ਕਿਉਂ ਨਹੀਂ ਲੱਭਦਾ ਜੀ ਕੰਮ ਦਾ, ਕਿ ਹੁਣ ਆਪਣੇ ਜਿਹੜੇ ਡਰਾਈਵਰ ਵੀਰੇ ਛੱਡ ਵੀ ਨਹੀਂ ਸਕਦੇ ਵੀ ਜ਼ਿੰਦਗੀ 'ਚ ਇਹੀ ਕੰਮ ਕਰ ਸਕਦੇ ਨੇ, ਹੋਰ ਕਰ ਨਹੀਂ ਸਕਦੇ? ਨਹੀਂ, ਜਿਹੜੇ ਬੰਦੇ ਨੇ ਮਤਲਬ ਇਸ ਲਾਈਨ 'ਚ ਆ ਗਿਆ ਨਾ, ਉਹ ਹੋਰ ਕੋਈ ਕੰਮ ਹੀ ਨਹੀਂ ਕਰ ਸਕਦਾ। ਆਦਤਾਂ ਇਸ ਤਰ੍ਹਾਂ ਦੀਆਂ ਬਣ ਜਾਂਦੀਆਂ ਨੇ ਕੁਛ, ਤੇ ਹੋਰ ਕੋਈ ਕੰਮ ਨਹੀਂ ਕਰ ਸਕਦੇ ਅਸੀਂ ਲੋਕ। ਹਾਂ ਮਤਲਬ ਪਰ ਹਜੇ ਕੋਈ ਚੰਗੀ ਆਸ ਦੀ ਕਰਨ ਦਿਖਦੀ ਨਹੀਂ। ਨਹੀਂ, ਕੋਈ ਆਸ ਨਹੀਂ ਸੀ। ਉਹਨਾਂ ਦਾ ਵੀ ਰੌਲੇ ਪਏ ਨੇ ਜੀ, ਉਹ ਮਤਲਬ ਉਹ ਬੜੀ ਲੋਕਾਂ ਨੇ ਸੁਣਿਆ ਪਰ ਲੋਕਾਂ ਦਾ ਧਿਆਨ ਨਹੀਂ ਹੁੰਦਾ, ਕੋਈ ਲੋਕਾਂ ਨੂੰ ਲੱਗਦਾ ਵੀ ਸਾਡਾ ਇੰਟਰਸਟ ਨਹੀਂ ਹੈ। ਜਦ ਕਿ ਟਰੱਕ ਐਸੀ ਚੀਜ਼ ਹੈ ਜੇ ਅਸੀਂ ਸਮਝਦੇ ਹਾਂ ਵੀ ਇੱਕ ਟਰੱਕ ਸਿਰਫ ਟਰਾਂਸਪੋਰਟ ਖੜ੍ਹ ਜਾਏ ਤੇ ਦੇਸ਼ ਖੜ੍ਹ ਜਾਂਦਾ ਹੈ। ਹਾਂ, ਉਹ ਕੀ ਹੋਇਆ ਜੀ ਸੀ? ਬਿਲਕੁਲ ਇਦਾਂ ਹੈ ਜੀ ਕਿ ਪਿਛਲੇ 8 ਮਹੀਨਿਆਂ ਤੋਂ ਅਸੀਂ ਸੰਘਰਸ਼ ਸ਼ੁਰੂ ਕੀਤਾ ਹੈ
ਜਿਹਦੀ ਸ਼ੁਰੂਆਤ ਸਾਡੀ ਆਲ ਪੰਜਾਬ ਟਰੱਕ ਏਕਤਾ ਵੱਲੋਂ ਕੀਤੀ ਗਈ ਸੀ। ਅਸੀਂ ਬਹੁਤ ਸਰਕਾਰੀ ਅਦਾਰਿਆਂ ਵੱਲ ਜਿਹੜੇ ਮੋਹਤਬਰ ਬੰਦੇ ਕੁਰਸੀਆਂ ਤੇ ਵਿਰਾਜਮਾਨ ਨੇ, ਆਪਣੇ ਟਰਾਂਸਪੋਰਟ ਮੰਤਰੀ ਹੋ ਗਏ ਆ, ਰਾਜ ਮੰਤਰੀ ਜਿਹੜੇ ਵੀ ਹੋ ਗਏ, ਆਪਣੇ ਟਰਾਂਸਪੋਰਟ ਨਾਲ ਲਿੰਕ ਕਰਦੇ ਨੇ, ਜਾਂ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਨੇ, ਸਾਰਿਆਂ ਵੱਲੋਂ ਸਾਡੀ ਨਿਗਾਹ ਸੀ ਕੋਈ ਤਾਂ ਸ਼ਾਇਦ ਸਾਡੀ ਸੁਣਵਾਈ ਆਵਾਜ਼ ਕਿਤੇ ਲੈ ਕੇ ਜਾਊਗਾ। ਪਰ ਜਦੋਂ ਨਹੀਂ ਹੋਇਆ ਫਿਰ ਹਾਰ ਕੇ ਸਾਨੂੰ ਸਾਡੀ ਆਵਾਜ਼ ਆਪ ਬੁਲੰਦ ਕਰਨੀ ਪਈ। 8 ਮਹੀਨੇ ਤੋਂ ਸੰਘਰਸ਼ ਲੜ ਰਹੇ ਹਾਂ ਔਰ ਪਿਛਲੇ ਸਵਾ ਮਹੀਨੇ ਅਸੀਂ ਲਗਾਤਾਰ ਜ਼ੀਰਕਪੁਰ ਲਾਈਟਾਂ ਦੇ ਧਰਨਾ ਦਿੱਤਾ ਹੈ ਪੂਰਨ ਤੌਰ ਤੇ। ਔਰ ਉਸ ਤੋਂ ਬਾਅਦ ਸਾਡੀ ਚੰਨੀ ਸਾਹਿਬ ਨੇ ਯੂਨੀਅਨਾਂ ਬਹਾਲ ਕੀਤੀਆਂ ਨੇ, ਉਹਨਾਂ ਨੇ ਲੈਟਰ ਇਸ਼ੂ ਕੀਤੀ ਆ ਬਕਾਇਦਾ। ਇੰਨੀ ਜੰਗ ਲੜਨ ਤੋਂ ਬਾਅਦ ਬਾਕੀ ਸਾਡੀ ਹੋਰ ਬਹੁਤ ਮੰਗਾਂ ਸੀ ਜਿਹੜੀ ਵਿਚਕਾਰ ਰਹਿ ਗਈਆਂ ਨੇ। ਅਸੀਂ ਉਹਦੇ ਵਾਸਤੇ ਵੀ ਹੁਣ ਦੁਬਾਰਾ ਫੇਰ ਜਦੋਂ ਸਰਕਾਰ ਬਣ ਗਈ ਅਸੀਂ ਫੇਰ ਬੀੜਾ ਚੁੱਕਾਂਗੇ ਔਰ ਫੇਰ ਲੜਾਂਗੇ। ਜਦ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਲੜਦੇ ਰਹਾਂਗੇ। ਔਰ ਟਰੱਕ ਯੂਨੀਅਨਾਂ ਉਹ ਕੀਤਾ ਨੇ, ਟਰੱਕ ਯੂਨੀਅਨਾਂ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇਹ ਕਹਿੰਦੇ ਹੋ ਵੀ ਵਪਾਰੀ ਤੋਂ ਨਜਾਇਜ਼। ਇਹ ਬਿਲਕੁਲ ਗਲਤ ਬਲੇਮ ਸਾਡੇ ਤੇ ਲਾਇਆ ਜਾਂਦਾ ਹੈ ਕਿ ਅਸੀਂ ਨਜਾਇਜ਼ ਰੇਟ ਲੈਂਦੇ ਹਾਂ। ਤੁਸੀਂ ਗਰੇਵਾਲ ਸਾਹਿਬ ਦੇਖਿਆ ਕਿ ਰੇਟ ਸਾਡੇ ਕੀ ਨੇ। 6200 ਦਾ ਰੇਟ ਹੈ, ਬਚਦਾ ਜਾ ਕੇ 2000 ਹੈ, ਜਿਹਦੇ ਵਿੱਚ ਅਸੀਂ ਟਾਇਰਾਂ ਦੀ ਜਾਂ ਕਿਸੇ ਚੀਜ਼ ਦੀ ਕਸਾਈ ਨਹੀਂ ਗਿਣ ਰਹੇ। ਸਾਰਾ ਖਰਚਾ ਚੱਲ ਰਿਹਾ, ਅਸੀਂ ਸਿਰਫ ਇੱਕ ਸੋਚਦੇ ਵੀ ਚੱਲ ਯਾਰ ਬਚ ਗਿਆ, ਆਪਣਾ ਘਰ ਪਰਿਵਾਰ ਚਲਾ ਰਿਹਾ, ਵੀ ਜੋ ਆ ਗਿਆ ਸੋ ਸਹੀ। ਇਹ ਸਾਡੇ ਤੇ ਬਲੇਮ ਲਾਇਆ ਜਾਂਦਾ। ਇਸੇ ਕਰਕੇ ਸਰਕਾਰ ਨੂੰ ਸੀਗਾ ਸਾਡੀ ਕਿਲੋਮੀਟਰ ਪਾਲਿਸੀ ਦਿੱਤੀ ਜਾਵੇ ਤਾਂ ਕਿ ਸਾਡੇ ਤੇ ਜਿਹੜਾ ਬਲੇਮ ਹੈ ਇਹ ਬਿਲਕੁਲ ਹਟ ਸਕੇ। ਸਰਕਾਰ ਆਪ ਤੈਅ ਕਰਕੇ ਦੇਵੇ, ਬੋਰਡ ਬਣਾ ਕੇ ਦੇਵੇ ਸਾਨੂੰ। ਕਿਲੋਮੀਟਰ ਪਾਲਿਸੀ ਹੋਏਗੀ, ਉਹ ਅੰਦਰ ਜਿੱਥੋਂ ਮਰਜ਼ੀ ਗੱਡੀ ਭਰੇ, ਤੁਸੀਂ ਕਿਲੋਮੀਟਰ ਚੈੱਕ ਕਰੋ, ਉਹਦੇ ਹਿਸਾਬ ਨਾਲ ਦਿਓ ਰੇਟ। ਇਹ ਨਹੀਂ ਹੈਗਾ ਕਿ 20 ਰੁਪਏ ਲਾ ਰਿਹਾ ਕੋਈ 19 ਰੁਪਏ, ਕੋਈ ਇਹ ਸਬਜ਼ੀ ਭਾਜੀ ਵਾਲਾ ਕੰਮ ਹੀ ਖਤਮ ਹੋ ਜਾਏਗਾ। ਜੇ ਕਿ ਸਲੈਬ ਤਿਆਰ ਹੋ ਗਈ, ਨਾ ਤਾਂ ਵਪਾਰੀ ਨੂੰ ਦਿੱਕਤ ਨਾ ਗੱਡੀ ਵਾਲਿਆਂ ਨੂੰ ਦਿੱਕਤ, ਉਹ ਆਪਸ ਦੀ ਲੜਾਈ ਖਤਮ ਹੋ ਜਾਏਗੀ ਔਰ ਸਾਡੇ ਤੇ ਬਲੇਮ ਘਟ ਜਾਊਗਾ। ਪੁੱਛਣਾ ਚਾਹਾਂਗਾ ਜੀ ਵੀ ਜਿਵੇਂ ਆਪਣੇ ਸਭ ਤੋਂ ਸੜਕ ਤੇ ਰਹਿਣਾ ਜ਼ਿੰਦਗੀ ਹਰ ਵੇਲੇ ਦਾਅ ਤੇ ਰਹਿੰਦੀ ਆ, ਕੋਈ ਮੈਡੀਕਲ ਫੈਸਿਲਿਟੀ ਕੋਈ ਸਰਕਾਰ ਵੱਲੋਂ ਕੰਪਨਸੇਸ਼ਨ ਜਾਂ ਕੋਈ ਮੈਡੀਕਲ ਕੈਂਪਸ ਜਾਂ ਕੋਈ ਚੈੱਕਅਪ ਇਸ ਤਰੀਕੇ ਦੀ ਕੋਈ ਸਰਕਾਰ ਵੱਲੋਂ ਡਰਾਈਵਰਸ ਦੇ ਲਈ ਕੋਈ ਸਹੂਲਤ ਦਿੱਤੀ ਜਾਂਦੀ ਹੈ ਜੀ? ਨਹੀਂ, ਜਿੱਥੇ ਤੱਕ ਮੇਰੀ ਨੋਟਿਸ 'ਚ ਹੈ ਸਰਕਾਰਾਂ ਵੱਲੋਂ ਇਹੋ ਜਿਹਾ ਕੋਈ ਵੀ ਕੈਂਪ ਨਹੀਂ ਲਾਇਆ ਜਾਂਦਾ। ਕੋਈ ਇਹੋ ਜਿਹੀ ਉਹਨਾਂ ਵਾਸਤੇ ਮੈਡੀਕਲ ਚੈੱਕਅਪ ਕੈਂਪ ਨਹੀਂ ਵੀ ਜਿਹੜੇ ਦਿਨ ਰਾਤ ਰੋਡਾਂ 'ਤੇ ਫਿਰ ਰਹੇ ਆ, ਉਹਨਾਂ ਦੀ ਸ਼ਾਇਦ ਅੱਖਾਂ ਕਮਜ਼ੋਰ ਹੋ ਸਕਦੀਆਂ ਕਿਉਂਕਿ ਹਰ ਵੇਲੇ ਰਾਤ ਨੂੰ ਐਡੀ ਵੱਡੀ ਲਾਈਟਾਂ ਪੈਂਦੀਆਂ ਅੱਖਾਂ ਦੇ ਵਿੱਚ, ਆਈਜ਼ 'ਤੇ ਇਫੈਕਟ ਪੈਂਦਾ ਕਿਉਂਕਿ ਜੂੰ ਡੇ ਬਾਏ ਡੇ ਏਜ ਵੱਧਦੀ ਜਾਂਦੀ ਹੈ ਤਾਂ ਬੰਦੇ ਦੀ ਹਰ ਚੀਜ਼ 'ਤੇ ਇਫੈਕਟ ਪੈਂਦਾ ਹੈ। ਪਰ ਸਰਕਾਰ ਵੱਲੋਂ ਕੋਈ ਵੀ ਇਹੋ ਜਿਹੀ ਪਾਲਿਸੀ ਨਹੀਂ ਤਿਆਰ ਹੋਈ ਹੈ, ਇਹੋ ਜਿਹੀ ਕੋਈ ਮਤਲਬ ਏਡ ਨਹੀਂ ਦਿੱਤੀ ਜਾ ਰਹੀ ਕਿ ਜਿਹਦੇ ਨਾਲ ਉਹ ਸਰਵਾਈਵ ਕਰ ਸਕਣ, ਚੈੱਕਅਪ ਕਰਾ ਲੈਣ ਜਾਂ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ। ਨਹੀਂ, ਅਸੀਂ ਵੀ ਬਸ ਢੀਠ ਹੋ ਕੇ ਚੱਲ ਰਹੇ ਕਿ ਯਾਰ ਬੱਚੇ ਪਾਲਣੇ ਆ, ਦੇਸ਼ ਦੀ ਸੇਵਾ ਕਰਨੀ ਹੈ। ਜਦ ਕਿ ਕਰੋਨਾ ਦੇ ਵਿੱਚ ਜਦੋਂ ਲੋਕ ਦੇਹਲੀ ਤੋਂ ਬਾਹਰ ਪੈਰ ਰੱਖਦੇ ਵੀ ਕੰਬਦੇ ਸੀ ਕਿ ਯਾਰ ਅੰਦਰ ਹੀ ਬੈਠ ਜਾ, ਬਾਹਰ ਨਾ ਜਾਓ, ਅਸੀਂ ਉਦੋਂ ਵੀ ਨਿਰੰਤਰ ਚੱਲਦੇ ਹੀ ਰਹੇ ਹਾਂ ਔਰ ਨਹੀਂ ਰੁਕੇ। ਜਦ ਕਿ ਸਾਡੀ ਕਰੋਨਾ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਇਸ ਮਹਿਕਮੇ ਦੀ, ਫਿਰ ਵੀ ਸਾਡਾ ਭਾਈਚਾਰਾ ਦੇਸ਼ ਦੀ ਸੇਵਾ 'ਚ ਲੱਗਿਆ ਰਿਹਾ। ਸੋ ਇੱਕ ਪਟਿਆਲਾ ਯੂਨੀਅਨ ਦਾ ਅੰਦਰਲਾ ਵਿਊ ਹੈ। ਮਤਲਬ ਪਟਿਆਲਾ ਯੂਨੀਅਨ ਮੈਂ ਇਸ ਲਈ ਸਪੈਸ਼ਲ ਕਹੀ ਵੀ ਪਟਿਆਲਾ ਕੋਈ ਇੰਡਸਟਰੀ ਵਾਲਾ ਸ਼ਹਿਰ ਨਹੀਂ ਹੈ। ਜੇ ਅੱਜ ਪਟਿਆਲੇ ਦਾ ਇਹ ਹਾਲ ਹੈ ਤਾਂ ਜਿਹੜੀਆਂ ਵੱਡੀਆਂ ਯੂਨੀਅਨਸ ਨੇ ਉੱਥੇ ਮਤਲਬ ਕੀ ਹਸ਼ਰ ਹੋਇਆ ਹੋਇਆ, ਕੀ ਹਾਲ ਹੋਇਆ ਹੋਇਆ, ਇਹ ਸਪੈਸ਼ਲੀ ਸਾਨੂੰ ਵੀਰ ਹੁਣੀ ਲੈ ਕੇ ਆਏ ਨੇ। ਕਹਿੰਦੇ ਸਾਡੇ ਟਾਇਰਾਂ ਦੀ ਪੋਜੀਸ਼ਨ ਦੇਖੋ। ਇਹ ਟਾਇਰਾਂ ਦੀ ਪੋਜੀਸ਼ਨ ਕੀ ਮਤਲਬ ਹੁੰਦਾ ਵੀ ਪਿੰਡ ਦਾ ਜਿਵੇਂ ਕਹਿੰਦੇ ਗੁਹਾਰਿਆਂ ਤੋਂ ਪਤਾ ਲੱਗ ਜਾਂਦਾ ਵੀ ਜਦੋਂ ਏਡੇ ਏਡੇ ਘੋੜੇ 30-30 ਲੱਖ ਦੇ ਜਿਹੜੇ ਟਰੱਕ ਨੇ ਉਹ ਖੜੇ ਨੇ ਕਿਉਂਕਿ ਕੰਮ ਨਹੀਂ ਹੈ। ਤੇ ਇਹ ਦੇਖੋ ਔਰ ਇਵਨ ਕਿ 10 ਟਾਇਰਾਂ ਕੋੜਾ ਦੇਖੋ, ਟਾਇਰ ਵੀ ਪੂਰੇ ਨਹੀਂ ਹੈਗੇ ਔਰ ਇੱਕ ਯਾਦ ਬਣ ਕੇ ਖੜੇ ਹੋਏ ਨੇ ਸਿਰਫ ਕੰਮ ਨਾ ਹੋਣ ਕਰਕੇ। ਸਰਕਾਰਾਂ ਦੀ ਇਹੋ ਜਿਹੀ ਚਾਲਾਂ ਕਰਕੇ ਵੀ ਸਰਕਾਰਾਂ ਇਹਨਾਂ ਕੀਤੇ ਨੂੰ ਨਜ਼ਰਅੰਦਾਜ਼ ਕਰਤਾ ਕਿ ਦੁਨੀਆ ਦਾ ਢਿੱਡ ਪਾਲਣ ਵਾਲੇ ਅੱਜ ਆਪਣੇ ਵਾਸਤੇ ਹੀ ਅਰਦਾਸ ਕਰ ਰਹੇ ਨੇ ਕਿ ਸ਼ਾਇਦ ਅਸੀਂ ਬਚ ਜਾਈਏ, ਨਹੀਂ ਸੀ ਖਤਮ ਤਾਂ ਹੋ ਚੁੱਕੇ ਹਾਂ। ਸੋ ਇਹ ਸਾਹਮਣੇ ਜੇ ਤੁਸੀਂ ਦੇਖ ਰਹੇ ਨੇ ਦਰਸ਼ਕ ਵੀ ਮਤਲਬ ਸੈਂਕੜਿਆਂ ਦੀ ਤਾਦਾਦ 'ਚ ਟਰੱਕ ਖੜੇ ਨੇ, ਸੈਂਕੜੇ ਦੀ ਤਾਦਾਦ 'ਚ। ਤੇ ਇੱਕ ਹੋਰ ਜਿਹੜੀ ਖਾਸ ਗੱਲ ਮੈਂ ਕਹਿਣੀ ਚਾਹਾਂਗਾ ਇਹ ਹੈ ਵੀ ਜਦੋਂ ਅਸੀਂ ਕਾਰ 'ਚ ਜਾਂਦੇ ਹਾਂ, ਸਕੂਟਰ 'ਚ ਜਾਂਦੇ ਹਾਂ ਤਾਂ ਬੜੀ ਕਾਮਨ ਜੀ ਗੱਲ ਹੁੰਦੀ ਹੈ ਗੱਡੀ 'ਚ ਬੈਠ ਕੇ ਵੀ ਟਰੱਕਾਂ ਵਾਲਿਆਂ ਨੂੰ ਡਰਾਈਵਿੰਗ ਨਹੀਂ ਆਉਂਦੀ। ਇੱਕ ਸਰਵੇ ਜ਼ਰੂਰ ਕਰਿਓ, ਮੇਰੀ ਬੇਨਤੀ ਹੈ ਸਟਿੰਗ ਨਿਊਜ਼ ਦੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਰਾਤ ਨੂੰ ਇੱਕ ਡਰਾਈਵ ਕਰਕੇ ਦੇਖਿਓ। ਕੇਬਲ ਤੇ ਕੇਬਲ ਜਿਹੜੇ ਨੇ ਇੱਕ ਟਰੱਕਾਂ ਵਾਲੇ ਨੇ ਜਿਹੜਿਆਂ ਨੂੰ ਡਿੱਪਰ ਦਾ ਪਤਾ ਹੈ। ਤੁਸੀਂ ਕਿਸੇ ਵੀ ਕਾਰ, ਸਕੂਟਰ, ਮੋਟਰਸਾਈਕਲ ਔਰ ਖਾਸ ਕਰ ਸਾਡੇ ਹੀ ਜਿਹੜੇ ਨਵੇਂ ਜਵਾਨ ਮੁੰਡੇ ਨੇ ਜਿਨ੍ਹਾਂ ਨੇ ਹੈਲੋਜਨ ਲਾਈਟਾਂ ਲਵਾਈਆਂ ਨੇ ਜਾਂ ਕੰਪਨੀਆਂ ਵੀ ਅੱਗੋਂ ਹੈਲੋਜਨ ਲਾਈਟਸ ਭੇਜਦੇ ਨੇ, ਸਿਰਫ ਇੱਕ ਟਰੱਕ ਨੇ ਜਿਹੜੇ ਇਸਤੇਮਾਲ ਕਰਦੇ ਨੇ ਡਿੱਪਰ ਦੀ। ਔਰ ਕਦੇ ਵੀ ਤੁਹਾਨੂੰ ਜਿਹੜਾ ਟਰੱਕ ਹੈ ਉਹ ਤੁਹਾਨੂੰ ਓਵਰ ਸਪੀਡ ਬਹੁਤ ਘੱਟ ਦਿਖੂਗਾ, ਪਰ ਬਦਨਾਮੀ ਜਿਹੜੀ ਇਹਨਾਂ ਦੇ ਮੱਥੇ 'ਤੇ ਅਸੀਂ ਬਿਨਾਂ ਸੋਚੇ ਸਮਝੇ ਜੜ ਦਿੰਦੇ ਹਾਂ। ਸੋ ਇਹ ਇੱਕ ਪੁਰਾਣੀ ਜਿਹੜੀ ਆ ਐਸ ਮਾਡਲ ਗੱਡੀ ਹੈ ਜੀ, ਹਾਂਜੀ ਇਹ ਐਸ ਮਾਡਲ ਗੱਡੀ ਹੈ। ਅਤੇ ਜੇ ਇਸ ਐਸ ਮਾਡਲ ਗੱਡੀ ਤੋਂ 5 ਪਰਿਵਾਰ ਜਾਂ 4 ਪਰਿਵਾਰ ਜਿਹੜੇ ਨੇ ਰੋਟੀ ਖਾਣਾ ਚਾਹੁੰਦੇ ਨੇ, ਅੱਜ ਕੰਮ ਹੈ ਨਹੀਂ ਹੈ, ਅੱਜ ਕੰਮ ਹੈ ਨਹੀਂ। ਔਰ ਲੋਕਾਂ ਨੂੰ ਲੱਗਦਾ ਵੀ ਜਿਹੜੇ ਟਰੱਕਾਂ ਦੇ ਵਿੱਚ 40 ਲੱਖ 30 ਲੱਖ ਦਾ ਜਿਹੜਾ ਟਰੱਕ ਆ ਉਹ ਸੜਕ 'ਤੇ ਜਾਂਦਾ ਵੀ ਇਹ ਲੋਕ ਪਤਾ ਨਹੀਂ ਕਿੰਨੇ ਕੁ ਅਮੀਰ ਨੇ। ਸੋ ਇਹ ਤਾਂ ਸਿਰਫ ਇੱਕ ਟਰੱਕ ਯੂਨੀਅਨ ਦਾ ਜਿਹੜਾ ਹਾਲ ਹੈ। ਸਿਰਫ ਤੁਸੀਂ ਨਿਗਾਹ ਮਾਰੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਜੇ
ਸ਼ਾਇਦ ਸਟਾਰਟ ਵੀ ਨਹੀਂ ਹੋਈਆਂ ਜੀ। ਸੋ ਦੱਸਦੇ ਨੇ ਸਾਡੇ ਨਾਲ ਜਿਹੜੇ ਵੀਰ ਨੇ ਵੀ ਕਈ ਮਹੀਨੇ ਤੋਂ ਇਹ ਗੱਡੀਆਂ ਸਟਾਰਟ ਵੀ ਨਹੀਂ ਹੋਈਆਂ। ਖੜੀਆਂ ਨੇ, ਇਹਨਾਂ ਦੇ ਟਾਇਰਾਂ ਦੀ ਹਾਲਾਤ ਤੁਹਾਨੂੰ ਦੱਸ ਦੇਣਗੇ ਵੀ ਗੱਡੀਆਂ ਸੈਲਫ ਤੱਕ ਨਹੀਂ ਵੱਜੇ ਹੋਏ। ਕੰਮ ਨਾ ਹੋਣ ਦੀ ਹਾਲਾਤ ਦੇ ਵਿੱਚ ਇਹ ਗੱਡੀਆਂ ਦੇ ਸੈਲਫ ਤੱਕ ਨਹੀਂ ਵੱਜੇ ਹੋਏ। ਗੱਡੀਆਂ ਬਿਲਕੁਲ ਐਵੇਂ ਯਾਦ ਬਣ ਕੇ ਖੜੀਆਂ ਨੇ, ਕਿਉਂਕਿ ਸਿਰਫ ਕੰਮ ਨਹੀਂ ਹੋਣ ਕਰਕੇ ਇਹ ਸਾਡੇ ਹਾਲਾਤ ਹੋ ਚੁੱਕੇ ਨੇ। ਇੰਨਾ ਟੈਕਸ ਪੇ ਕਰਨ ਤੋਂ ਬਾਅਦ ਵੀ ਸਰਕਾਰ ਨੂੰ ਸਾਨੂੰ ਕੰਮ ਵਾਸਤੇ ਸੋਚਣਾ ਪੈਂਦਾ, ਹੱਥ ਅੱਡਣੇ ਪੈਂਦੇ ਆ ਵੀ ਮਹਾਰਾਜ ਸਾਡੀ ਸੁਣ ਲੈ, ਨਹੀਂ ਸਾਨੂੰ ਵੀ ਫਾਹੇ ਲੈਣੇ ਪੈਣੇ ਆ, ਫਾਹਿਆਂ ਦੀ ਸਾਡੀ ਵੀ ਤਿਆਰੀ ਹੈ। ਔਰ ਦੂਸਰੀ ਗੱਲ ਜਿਹੜੀ ਡੀਜ਼ਲ ਤੇ ਰੇਟ ਦੇ ਵਿੱਚ ਫਲਕਚੁਏਸ਼ਨ ਹੁੰਦੀ ਹੈ, ਕਿਉਂਕਿ ਇੱਕ ਰੇਟ ਜਦੋਂ ਯੂਨੀਅਨ ਦਾ ਬਣਦਾ ਉਹ ਬੜੀਆਂ ਮੀਟਿੰਗਸ ਤੋਂ ਬਾਅਦ ਸੀਟਿੰਗਸ ਤੋਂ ਬਾਅਦ ਬਣਦਾ ਆ, ਤੇ ਸਡਨ ਹੀ ਪਤਾ ਲੱਗਦਾ ਵੀ ਜਿਹੜਾ ਡੀਜ਼ਲ ਹੈ ਉਹ 4 ਮਹੀਨਿਆਂ 'ਚ 10 ਰੁਪਏ 15 ਰੁਪਏ ਜਿਹੜਾ ਵੱਧ ਗਿਆ। ਸੋ ਇਹ ਨਹੀਂ ਆ ਵੀ ਇਹ ਗੱਡੀਆਂ ਚੱਲਦੀਆਂ ਨਹੀਂ ਆ, ਪਰ ਜਦੋਂ ਆਪਣਾ ਖਰਚਾ ਪੂਰਾ ਨਹੀਂ ਕਰਦੀਆਂ, ਟੈਕਸ ਪੈਂਦੇ ਨੇ, ਪਰਮਿਟਾਂ ਦੇ ਖਰਚ ਪੈਂਦੇ ਨੇ, ਤਾਂ ਬਹੁਤ ਸਾਰੇ ਲੋਕ ਨੇ ਉਹਨਾਂ ਨੇ ਗੱਡੀਆਂ ਵੇਚਤੀਆਂ ਨੇ। ਡਰਾਈਵਰ ਭਰਾ ਨੇ ਜ਼ਿੰਦਗੀ ਵੀ ਥੋੜ੍ਹੀ ਜਿਹੀ ਜਾਣੂ ਕਰਾਉਂਦੇ ਆ। ਦੇਖੋ ਬੈਠੇ ਨੇ ਸਾਡੇ ਡਰਾਈਵਰ ਭਰਾ, ਜਦੋਂ ਗੱਡੀਆਂ ਨਾਲ ਜੁੜੇ ਹੋਏ ਨੇ, ਤਾਂ ਇਹ ਨਹਾਉਣ ਧੋਣ ਦਾ ਮਤਲਬ ਇਹ ਬੇਸਿਕ ਸਹੂਲਤਾਂ ਜਦੋਂ ਸਰਕਾਰਾਂ ਇਹਨਾਂ ਤੋਂ ਕੰਮ ਲੈਂਦੀਆਂ ਨੇ, ਤਾਂ ਐਟਲੀਸਟ ਯੂਨੀਅਨ ਦੇ ਨੇੜੇ ਇਹਨਾਂ ਲਈ ਚੰਗੇ ਜਿਹੜੇ ਆ ਉਹ ਪ੍ਰਬੰਧ ਕੀਤੇ ਜਾ ਸਕਦੇ ਨੇ। ਜਿਸ ਆਦਮੀ ਨੇ ਰਾਤ ਦਿਨ ਜਾ ਕੇ ਲੋਕਾਂ ਦੀ ਸੇਵਾ ਕਰਨੀ ਹੈ, ਟਰੱਕ ਡਰਾਈਵਰ ਸਿੰਪਲ ਗੱਲ ਨਹੀਂ ਆ। ਟਰੱਕ ਡਰਾਈਵਰ ਮੀਨਸ ਵੀ ਦੇਸ਼ ਦੀ ਸੇਵਾ ਕਰਨੀ ਹੈ, ਕਿਉਂਕਿ ਸਮਾਨ ਲੈ ਕੇ ਜਾਣਾ ਆ ਔਰ ਲੋਕਾਂ ਦੇ ਘਰ ਦੇ ਵਿੱਚ ਹਰ ਚੀਜ਼ ਨੂੰ ਪਹੁੰਚਦਾ ਕਰਨਾ ਹੈ। ਤੇ ਉਹਨਾਂ ਦੀ ਜਿਹੜੀ ਹਾਲਤ ਇੰਨੀ ਤਰਸਯੋਗ ਬਣੀ ਆ, ਕਿਤੇ ਨਾ ਕਿਤੇ ਜਿਹੜੀ ਆ ਉਹ ਡੈਫੀਨੇਟ ਜਿਹੜਾ ਉਹ ਸਰਕਾਰਾਂ ਨੂੰ ਇਸ ਗੱਲ ਬਾਰੇ ਵੀ ਸੋਚਣਾ ਚਾਹੀਦਾ ਹੈ। ਬਰਾੜ ਸਾਹਿਬ ਸਾਡੇ ਨਾਲ ਜੁੜੇ ਨੇ। ਬਰਾੜ ਸਾਹਿਬ, ਅੱਜ ਕਿਹੜੇ ਦੌਰ 'ਚ ਜਾ ਰਿਹਾ ਜੀ ਆਪਾਂ? ਟਰੱਕਿੰਗ ਦਾ ਕੰਮ ਕਿਹੜੇ ਦੌਰ 'ਚੋਂ ਲੰਘ ਰਿਹਾ? ਅੱਜ ਦਾ ਦੌਰ ਹੈ ਜੀ ਜਿਹੜਾ ਬਹੁਤ ਮਾੜਾ ਹੈ ਜੀ। ਇਹਦੇ ਲਈ ਜ਼ਿੰਮੇਵਾਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਤਾਂ ਪੰਜਾਬ ਸਰਕਾਰ ਹੈ ਜੀ। ਜੇ ਨੈਸ਼ਨ ਵਾਈਜ਼ ਦੇਖੀ ਤਾਂ ਉਹਦੇ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ ਜੀ। ਇਹਨਾਂ ਨੇ ਸਾਰਾ ਸਿਸਟਮ ਜਿਹੜਾ ਹੈਗਾ ਇੱਕ ਤਾਂ ਕਰਪਟ ਕੀਤਾ ਹੋਇਆ ਜੀ। ਕਰਪਸ਼ਨ ਜਿਹੜੀ ਹੈਗੀ ਉਹ ਸਾਡੇ ਦੇਸ਼ ਦੀ ਮੇਨ ਬਿਮਾਰੀ ਹੈ। ਜੀ ਜੀ। ਇਕੱਲੇ ਟਰੱਕਿੰਗ ਲਾਈਨ ਨੂੰ ਕੀ ਆਪਾਂ ਗੱਲ ਕਰੀਏ, ਟਰੱਕਿੰਗ ਲਾਈਨ ਦੀ ਸਾਰੇ ਦੇਸ਼ ਦਾ ਬੇੜਾ ਕਰਕੇ ਜਿਹੜਾ ਉਹ ਕਰਪਸ਼ਨ ਨੇ ਕੀਤਾ ਹੋਇਆ। ਇਸ ਤਰ੍ਹਾਂ ਜਿਹੜੀ ਸਾਡੀ ਇਹ ਲਾਈਨ ਹੈਗੀ ਹੈ ਇਹਦੇ ਵਿੱਚ ਕਰਪਸ਼ਨ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਹਰੇਕ ਸਿਸਟਮ ਇਹ ਕਰਪਸ਼ਨ ਨੇ ਖਰਾਬ ਕੀਤਾ। ਮੰਨ ਲਓ ਓਵਰਲੋਡਿੰਗ ਹੈ, ਇਹ ਕਰਪਸ਼ਨ ਕਰਕੇ ਹੋ ਰਹੀ ਹੈ। ਜਿਹੜੇ ਹੁਣ ਪਿੱਛੇ 2017 ਦੇ ਵਿੱਚ 2017 ਦੇ ਵਿੱਚ ਇਹਨਾਂ ਨੇ ਕੀ ਕੀਤਾ, 17 ਜਾਂ 18 'ਚ ਕੀਤਾ ਇਹਨਾਂ ਨੇ, ਗੱਡੀਆਂ ਦਾ ਜਿਹੜਾ GVW ਵੇਟ ਸੀਗਾ ਉਹ ਵਧਾਤਾ। ਓਕੇ, ਠੀਕ ਹੈ ਜੀ। ਉਹਦੇ ਵਿੱਚ ਕੀ ਹੋਇਆ, ਤਕਰੀਬਨ 15 ਤੋਂ 20% ਜਿਹੜੀ ਲੋਡਿੰਗ ਕਪੈਸਿਟੀ ਹੈਗੀ ਹੈ ਉਹ ਟਰੱਕਾਂ ਦੀ ਵਧਾ ਦਿੱਤੀ ਗਈ। ਮਤਲਬ ਉਸ ਤੋਂ ਪਿਛਲੇ ਸਾਲ ਜਿਸ ਟਰੱਕ ਦਾ ਉਸੇ weight ਨੂੰ ਲੈ ਕੇ ਚਲਾਨ ਕੀਤਾ ਜਾਂਦਾ ਸੀ, ਮੰਨ ਲਓ weight ਨੂੰ ਕਰਕੇ ਟਰੱਕ ਸੇਮ ਰਿਹਾ। ਜਦੋਂ ਸਰਕਾਰ ਨੇ ਸਟੈਂਪ ਲਾਤੀ ਵੀ ਹਾਂਜੀ ਤੁਹਾਡਾ ਇੰਨਾ ਟੈਕਸ ਦਾ ਤੁਸੀਂ ਸਾਨੂੰ ਫਾਲਤੂ ਦੇ ਦਿਓ, ਇਹਨਾਂ ਨੇ GVW weight ਉਹਦਾ ਵਧਾਤਾ। ਫਿਰ ਕਹਿੰਦੇ ਹੁਣ ਇਹਦਾ ਚਲਾਨ ਕੋਈ ਹੈ ਨਹੀਂਗਾ। ਉਹਦਾ ਜਿਹੜਾ ਫਾਇਦਾ ਸੀਗਾ ਉਹ ਵੀ ਇੰਡਸਟਰੀਅਲਿਸਟ ਨੂੰ ਹੋਇਆ, ਟਰੱਕਾਂ ਵਾਲਿਆਂ ਨੂੰ ਨਹੀਂ ਹੋਇਆ। ਟਰੱਕਾਂ ਵਾਲੇ ਅਨਪੜ੍ਹ ਹੋਣ ਕਰਕੇ ਟਰੱਕਾਂ ਵਾਲਿਆਂ ਨੇ ਵੀ ਥੋੜ੍ਹਾ ਜਿਹਾ ਉਤਸ਼ਾਹ ਕੀਤਾ ਵੀ ਹਾਂਜੀ ਸਾਡੀ ਤਾਂ ਲੋਡਿੰਗ ਕਪੈਸਿਟੀ ਵੱਧ ਗਈ। ਬਟ ਅਸੀਂ ਉਦੋਂ ਵੀ ਇਹਨੂੰ ਚੈਲੰਜ ਕੀਤਾ ਸੀਗਾ ਵੀ ਇਹ ਸਾਡੇ ਲਈ ਵਧੀਆ ਨਹੀਂ ਹੋਣਾ ਹੈਗਾ, ਸਾਡੇ ਵਿਰੁੱਧ ਜਾਊਗੀ ਇਹ ਗੱਲ। ਤੇ ਉਹਦਾ ਸਿੱਟਾ ਅੱਜ ਨਿਕਲ ਰਿਹਾ ਹੈ। ਕਾਰਨ ਕੀ, ਸਾਡੇ ਕੋਲੇ ਪਹਿਲੇ ਲੋਡਿੰਗ ਕਪੈਸਿਟੀ ਜ਼ਿਆਦਾ ਹੈ, ਇੰਡੀਆ ਦੇ ਕੋਲੇ ਟਰੱਕਸ ਜ਼ਿਆਦਾ ਹੈਗੇ ਆ, ਇੰਡਸਟਰੀ ਜ਼ਿਆਦਾ ਬੰਦ ਹੋ ਚੁੱਕੀ ਹੈ ਕਿਉਂਕਿ ਸਰਕਾਰ ਦੀ ਪਾਲਿਸੀਜ਼ ਸਹੀ ਨਹੀਂ ਹੈਗੀਆਂ। ਜੇ ਸਾਡੇ ਪਹਿਲਾਂ 40% ਟਰੱਕ ਜਿਹੜੇ ਮਾਰਕੀਟ 'ਚ ਖੜੇ ਰਹਿੰਦੇ ਸੀਗੇ, ਜਿਹੜੀ ਉਹ 20% ਲੋਡਿੰਗ ਕਪੈਸਿਟੀ ਵਧਾ ਦਿੱਤੀ, ਉਹਦੇ ਨਾਲ ਜਿਹੜੇ ਬਾਕੀ 40% ਦੀ ਜਗ੍ਹਾ ਨਾ 60% ਟਰੱਕ ਜਿਹੜੇ ਰੁਕਣ ਲੱਗ ਗਏ ਕਿਉਂਕਿ 40% ਟਰੱਕਾਂ ਨਾਲ ਹੀ ਉਹ ਕੰਮ ਚੱਲਣ ਲੱਗ ਗਿਆ। ਸਾਡਾ ਹੀ ਇਹਨਾਂ ਨੇ ਆਪਸ 'ਚ ਹੀ ਭਾਈਚਾਰੇ ਦਾ ਕੰਪੀਟੀਸ਼ਨ ਕਰਵਾਤਾ ਉਹ ਪਾਲਿਸੀ ਦੇ ਨਾਲ। ਸਾਡੇ ਟਰੱਕਸ ਦੀ ਜਿਹੜੀ ਲਾਈਫ ਸੀ, ਟਾਇਰ ਲਾਈਫ, ਉਹ ਖਤਮ ਹੋ ਗਈ, ਡੀਜ਼ਲ ਬਰਨਿੰਗ ਜ਼ਿਆਦਾ ਹੋ ਗਈ। ਠੀਕ ਹੈ ਜੀ। ਸਰਕਾਰ ਨੂੰ ਟੈਕਸ ਫਾਲਤੂ ਮਿਲਣ ਲੱਗ ਗਿਆ, ਲਾਸ ਸਾਰਾ ਜਿਹੜਾ ਸੀਗਾ ਉਹ ਟਰੱਕਾਂ ਵਾਲਿਆਂ ਦੇ ਪੱਲੇ। ਗੱਲ ਹੋਈ ਆ ਬਰਾੜ ਸਾਹਿਬ ਨਾਲ ਵੀ, ਤੇ ਇੱਥੇ ਦੇ ਆਪਰੇਟਰਸ ਨਾਲ ਵੀ, ਓਨਰਸ ਨਾਲ ਵੀ, ਡਰਾਈਵਰਸ ਦੇ ਨਾਲ ਵੀ। ਸਭ ਤੋਂ ਵੱਡਾ ਅੱਜ ਦਾ ਮੁੱਦਾ ਸੀ ਆਪਣਾ ਟਰੱਕ ਯੂਨੀਅਨ ਕਿਵੇਂ ਵਰਕ ਕਰਦੀ ਆ। ਪਰ ਜਦੋਂ ਇੱਥੇ ਆਏ ਆ ਤਾਂ ਕਹਿੰਦੇ ਛੇੜਨਾ ਦਰਦਾਂ ਨੂੰ, ਜਿਹਦੇ ਨਾਲ ਗੱਲ ਕਰਦੇ ਆ ਉਹਨੂੰ ਹੀ ਲੱਗਦਾ ਵੀ ਐਡੀ ਤਕਲੀਫ ਹੈ ਇੱਥੇ। ਔਰ ਸੱਚਮੁੱਚ ਹੀ ਜਿਹੜੇ ਲੋਕ ਦੇਸ਼ 'ਚ ਸਾਰੀ ਮੂਵਮੈਂਟ ਚਲਾਉਂਦੇ ਨੇ, ਇੱਕ ਬੁਰਕੀ ਜਿਹੜੀ ਜੰਮੂ ਕਸ਼ਮੀਰ 'ਚ ਤਿਆਰ ਹੋਣੀ ਆ ਉਹ ਕਰਨਾਟਕ ਵਾਲੇ ਇਨਸਾਨ ਦੇ ਮੂੰਹ 'ਚ ਪਾਉਂਦੇ ਨੇ, ਉਹ ਸੱਚਮੁੱਚ ਹੀ ਤਕਲੀਫ 'ਚ ਨੇ। ਇਹਦੇ ਬਾਰੇ ਵੀ ਵਿਸਥਾਰ ਨਾਲ ਗੱਲ ਕਰਾਂਗੇ ਅੱਗੇ ਜਾ ਕੇ। ਪਰ ਅੱਜ ਤੁਹਾਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਟਰੱਕ ਯੂਨੀਅਨਸ ਜਿਹੜੀਆਂ ਨੇ ਉਹ ਕਿਵੇਂ ਵਰਕ ਕਰਦੀਆਂ ਨੇ, ਕਿਵੇਂ ਜਿਹੜੀਆਂ ਕੰਪਨੀਜ਼ ਨੇ ਉਹ ਆ ਕੇ ਇਹਨਾਂ ਨੂੰ ਇਨਫੋਰਮ ਕਰਦੀਆਂ ਨੇ, ਕਿਸ ਤਰੀਕੇ ਸੈਂਕੜੇ ਦੀ ਤਾਦਾਦ ਦੇ ਵਿੱਚ ਜਿਹੜੇ ਟਰੱਕ ਖੜੇ ਹੁੰਦੇ ਨੇ ਤੇ ਉਹਨਾਂ ਵਿੱਚੋਂ ਕੁਛ ਕੁ ਜਿਹੜੇ ਚੰਦ ਕੁ ਨੇ
5 10 ਜਾਂ 15 ਅਕੋਰਡਿੰਗ ਟੂ ਦਾ ਯੂਨੀਅਨ ਉਹਨਾਂ ਨੂੰ ਕੰਮ ਮਿਲਦਾ ਹੈ ਤੇ ਬਾਕੀ ਦੇ ਜਿਹੜੇ 70% ਨੇ ਉਹ ਹਰ ਰੋਜ਼ ਜਿਹੜੇ ਆ ਰੈਗੂਲਰ ਜਿਹੜੇ ਆ ਉਹ ਵਿਹਲੇ ਰਹਿੰਦੇ ਨੇ ਔਰ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਰੁਜ਼ਗਾਰ ਨਹੀਂ ਮਿਲਦਾ। ਸੋ ਇਹਨੂੰ ਇੱਕ ਸੈਂਟਰਲਾਈਜ਼ ਨੀਤੀ ਬਣਾਉਣੀ ਚਾਹੀਦੀ ਹੈ। ਇਸ ਜਿਹੜੇ ਸਿਸਟਮ ਨੂੰ ਵੀ ਉਸ ਸਿਸਟਮ 'ਚ ਲੈ ਕੇ ਆਉਣਾ ਚਾਹੀਦਾ ਵੀ ਜੇ ਇਹ ਲੋਕ ਲੱਖਾਂ ਰੁਪਏ ਦੀ ਇਨਵੈਸਟਮੈਂਟ ਕਰਕੇ ਗੱਡੀਆਂ ਪਾਉਂਦੇ ਨੇ, ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਉਂਦੇ ਨੇ, ਤਾਂ ਇਹਨਾਂ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਕੀ ਆ, ਇਹਨਾਂ ਦੀ ਜ਼ਿੰਦਗੀ ਦਾ ਜਿਹੜੀ ਅੱਗੇ ਰੋਜ਼ਮਰਰਾ ਦਾ ਜਿਹੜਾ ਇਹਨਾਂ ਦਾ ਖਰਚਾ ਉਹ ਕਿਵੇਂ ਪੂਰਾ ਹੋਣਾ ਹੈ। ਸੋ ਇਸ ਤਰੀਕੇ ਦੇ ਪ੍ਰੋਗਰਾਮ ਬਣਨਗੇ ਤਾਂ ਦੇਸ਼ ਜਿਹੜਾ ਜ਼ਿਆਦਾ ਪੋਜ਼ਿਟਿਵਲੀ ਤਰੱਕੀ ਕਰ ਸਕਦਾ ਹੈ। ਬਾਕੀ ਇਹ ਅਜਿਹਾ ਨਹੀਂ ਹੋ ਸਕਦਾ ਵੀ ਆਪਾਂ ਸਭ ਤੋਂ ਜਿਹੜਾ ਜ਼ਰੂਰੀ ਮੁੱਦਾ ਹੈ ਉਹਨੂੰ ਭੁੱਲ ਜਾਈਏ, ਵਿਸਾਰ ਜਾਈਏ ਤਾਂ ਸਿਰਫ ਕਾਗਜ਼ਾਂ ਤੱਕ ਸੀਮਤ ਹੋ ਕੇ ਰਹਿ ਜਾਈਏ। ਜੈ ਹਿੰਦ, ਜੈ ਭਾਰਤ।